ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰੀਨਾ ਹੈ। ਅੱਜ ਮੇਰੀ ਵੱਡੀ ਭੈਣ ਰੂਹੀ ਦੇ ਲਈ ਬਹੁਤ ਹੀ ਚੰਗੇ ਅਤੇ ਅਮੀਰ ਘਰੋਂ ਰਿਸ਼ਤਾ ਆਇਆ ਸੀ, ਜੋ ਕਿ ਬਹੁਤ ਹੀ ਜ਼ਿਆਦਾ ਅਮੀਰ ਲੋਕ ਸੀ। ਉਹਨਾਂ ਦੇ 3 ਬੇਟੇ ਸੀ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਬੇਟੇ ਦਾ ਰਿਸ਼ਤਾ ਆਇਆ ਸੀ। ਬਾਕੀ 2 ਬੇਟੇ ਪਹਿਲਾਂ ਹੀ ਵਿਆਹੇ ਹੋਏ ਸੀ ਅਤੇ ਉਹਨਾਂ ਦੇ ਘਰ ਉਹਨਾਂ ਦੀ ਮਾਂ ਵੀ ਰਹਿੰਦੀ ਸੀ। ਮੇਰੀ ਭੈਣ ਨੇ ਇਸ ਰਿਸ਼ਤੇ ਦੇ ਲਈ ਹਾਂ ਤਾਂ ਕਹਿ ਦਿੱਤੀ ਸੀ, ਪਰ ਉਹ ਬਹੁਤ ਪਰੇਸ਼ਾਨ ਤੇ ਖੋਈ ਸੀ। ਸਾਡੇ ਘਰ ਵਿੱਚ ਇਨਕਾਰ ਦੀ ਗੁੰਜਾਇਸ਼ ਵੈਸੇ ਵੀ ਨਹੀਂ ਹੁੰਦੀ। ਜੇ ਉਹ ਮਨਾ ਵੀ ਕਰ ਦਿੰਦੀ ਤਾਂ ਪਿਤਾ ਜੀ ਫਿਰ ਵੀ ਉਸ ਦਾ ਵਿਆਹ ਕਰਵਾ ਦਿੰਦੇ, ਕਿਉਂਕਿ ਮੇਰੀਆਂ ਪਹਿਲੀਆਂ 2 ਭੈਣਾਂ ਦੇ ਨਾਲ ਵੀ ਇਦਾਂ ਹੀ ਹੋਇਆ ਸੀ। ਪਰ ਹੁਣ ਰੂਹੀ ਦੀਦੀ ਜ਼ਰੂਰਤ ਤੋਂ ਜ਼ਿਆਦਾ ਪਰੇਸ਼ਾਨ ਸੀ। ਮੈਂ ਘਰ ਵਿੱਚ ਸਾਰਿਆਂ ਤੋਂ ਛੋਟੀ ਸੀ। ਮੈਨੂੰ ਘਰ ਵਿੱਚ ਸਾਰਿਆਂ ਦੀ ਫਿਕਰ ਰਹਿੰਦੀ ਸੀ। ਮੈਂ ਦੀਦੀ ਨੂੰ ਵਾਰ-ਵਾਰ ਪੁੱਛਿਆ, ਪਰ ਉਸਨੇ ਮੈਨੂੰ ਕੋਈ ਵੀ ਗੱਲ ਨਾ ਦੱਸੀ। ਵਿਆਹ ਵਾਲੇ ਦਿਨ ਜਦੋਂ ਮੈਂ ਉਸਦੇ ਕਮਰੇ ਵਿੱਚ ਗਈ ਉਸ ਨੂੰ ਜਗਾਉਣ ਦੇ ਲਈ ਕਿ ਅੱਜ ਉਸਦਾ ਵਿਆਹ ਹੈ, ਘੱਟੋ ਘੱਟ ਅੱਜ ਤਾਂ ਜਲਦੀ ਉੱਠ ਜਾਓ, ਪਰ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਬਿਸਤਰੇ 'ਤੇ ਮੌਜੂਦ ਹੀ ਨਹੀਂ ਸੀ। ਉਸਨੇ ਸਿਰਹਾਣਿਆਂ ਨੂੰ ਇੱਦਾਂ ਰੱਖਿਆ ਸੀ ਜਿੱਦਾਂ ਅਸੀਂ ਸਮਝਦੇ ਕਿ ਉਹ ਸੋ ਰਹੀ ਹੈ। ਇਸ ਦਾ ਮਤਲਬ ਉਹ ਰਾਤ ਨੂੰ ਹੀ ਘਰੋਂ ਭੱਜ ਗਈ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਸੀ ਅਤੇ ਬਰਾਤੀਆਂ ਦੇ ਫੋਨ ਵੀ ਆ ਰਹੇ ਸੀ ਕਿ ਅਸੀਂ ਦੁਪਹਿਰ ਦੇ 12-1 ਵਜੇ ਤੱਕ ਪਹੁੰਚ ਜਾਵਾਂਗੇ ਅਤੇ ਇੱਥੇ ਦੁਲਹਨ ਗਾਇਬ ਸੀ। ਮੇਰੇ ਪਿਤਾ ਜੀ ਦੀ ਮੁਹੱਲੇ ਵਿੱਚ ਬਹੁਤ ਇੱਜ਼ਤ ਸੀ। ਰੱਬ ਨੇ ਉਹਨਾਂ ਨੂੰ 4 ਬੇਟੀਆਂ ਦਿੱਤੀਆਂ ਸੀ, ਪਰ ਫਿਰ ਵੀ ਕਦੇ ਉਹਨਾਂ ਨੇ ਆਪਣੀਆਂ ਬੇਟੀਆਂ ਦੇ ਬਾਰੇ ਇੱਦਾਂ ਨਹੀਂ ਕਿਹਾ ਸੀ ਕਿ ਰੱਬ ਨੇ ਸਿਰਫ ਮੈਨੂੰ ਬੇਟੀਆਂ ਹੀ ਦਿੱਤੀਆਂ, ਮੇਰੇ ਕੋਲ ਬੇਟਾ ਨਹੀਂ ਹੈ। ਅਸੀਂ ਵੀ ਹਮੇਸ਼ਾ ਉਹਨਾਂ ਦੀ ਇੱਜ਼ਤ ਰੱਖੀ ਸੀ, ਪਰ ਮੇਰੀ ਭੈਣ ਨੇ ਨਾ ਜਾਣੇ ਕੀ ਸੋਚਿਆ ਅਤੇ ਘਰੋਂ ਭੱਜ ਗਈ। ਉਹ ਸਾਡੇ ਵਾਸਤੇ ਇੱਕ ਖੱਤ ਛੱਡ ਕੇ ਗਈ ਸੀ, ਜਿਸ ਵਿੱਚ ਲਿਖਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦੇ ਲੜਕੇ ਨਾਲ ਜਾ ਰਹੀ ਹੈ। ਮੇਰੇ ਮਾਂ-ਬਾਪ ਬਹੁਤ ਪਰੇਸ਼ਾਨ ਹੋ ਗਏ ਸੀ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਦੁਲਹਨ ਬਣ ਕੇ ਬੈਠ ਜਾਵਾਂ। ਜੇਕਰ ਮੈਂ ਇਹ ਕੁਰਬਾਨੀ ਦੇਣ ਦੇ ਲਈ ਰਾਜੀ ਹੋ ਵੀ ਜਾਂਦੀ ਤਾਂ ਲੜਕੇ ਵਾਲੇ ਮੰਨ ਜਾਂਦੇ। ਉਹ ਤਾਂ ਮੇਰੀ ਭੈਣ ਨੂੰ ਪਸੰਦ ਕਰਕੇ ਗਏ ਸੀ। ਖੈਰ, ਮੈਂ ਦੁਲਹਨ ਬਣ ਕੇ ਬੈਠ ਗਈ। ਜਦੋਂ ਤੱਕ ਬਰਾਤ ਨਹੀਂ ਆਈ ਸੀ ਸਭ ਕੁਝ ਨੋਰਮਲ ਸੀ। ਫਿਰ ਮੇਰੀ ਮਾਂ ਲੜਕੇ ਦੀ ਮਾਂ ਨੂੰ ਬੁਲਾ ਕੇ ਲਿਆਈ ਅਤੇ ਉਹਨਾਂ ਨੂੰ ਰੋ ਕੇ ਸਾਰੀ ਗੱਲ ਦੱਸੀ। ਉਹਨਾਂ ਦੇ ਕਦਮਾਂ ਵਿੱਚ ਬੈਠ ਗਈ ਤੇ ਮਾਫੀਆਂ ਮੰਗਣ ਲੱਗ ਪਈ ਕਿ ਸਾਨੂੰ ਮਾਫ ਕਰ ਦੇ, ਅਸੀਂ ਬਹੁਤ ਮਜਬੂਰ ਹਾਂ, ਸਾਡੀ ਇੱਜ਼ਤ ਰੱਖੋ। ਸਾਡੀ ਛੋਟੀ ਬੇਟੀ ਦੇ ਨਾਲ ਆਪਣੇ ਬੇਟੇ ਦਾ ਵਿਆਹ ਕਰਵਾਉਣ ਦੇ ਲਈ ਮੰਨ ਜਾਓ। ਜੇਕਰ ਬਰਾਤ ਵਾਪਸ ਚਲ ਗਈ ਤਾਂ ਸਾਡੀ ਬਹੁਤ ਬਦਨਾਮੀ ਹੋਵੇਗੀ। ਮੇਰੀ ਭੈਣ ਦੀ ਸੱਸ ਬਹੁਤ ਨੇਕ ਔਰਤ ਸੀ। ਉਹਨਾਂ ਨੇ ਮੇਰੀ ਮਾਂ ਦੇ ਮੋਢਿਆਂ 'ਤੇ ਹੱਥ ਰੱਖਿਆ ਤੇ ਕਿਹਾ, ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਇਹਦੇ ਵਿੱਚ ਤੁਹਾਡੀ ਕੋਈ ਵੀ ਗਲਤੀ ਨਹੀਂ ਹੈ। ਤੁਹਾਡੇ ਨਾਲ ਜੋ ਵੀ ਹੋਇਆ ਤੁਹਾਡੀ ਬੇਟੀ ਨੇ ਕੀਤਾ ਹੈ। ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ। ਅਸੀਂ ਤੁਹਾਡੀ ਛੋਟੀ ਬੇਟੀ ਨੂੰ ਕਬੂਲ ਕਰ ਲਵਾਂਗੇ। ਮੈਂ ਵੀ ਆਪਣੇ ਬੇਟੇ ਨੂੰ ਸਮਝਾ ਦੇਵਾਂਗੀ। ਉਹਨਾਂ ਨੇ ਉਸ ਸਮੇਂ ਆਪਣੇ ਬੇਟੇ ਨੂੰ ਸਾਰੀ ਗੱਲ ਦੱਸ ਦਿੱਤੀ। ਖੈਰ, ਮੇਰਾ ਵਿਆਹ ਹੋ ਗਿਆ ਅਤੇ ਜਲਦੀ ਵਿਦਾਈ ਵੀ, ਤਾਂ ਕਿ ਜ਼ਿਆਦਾ ਦੇਰ ਨਾ ਲੱਗੇ ਅਤੇ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਨਾ ਮਿਲੇ। ਮੇਰੇ ਮਾਂ-ਬਾਪ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਇੱਜ਼ਤ ਰੱਖ ਲਈ, ਹੁਣ ਸਾਡੀ ਬੇਟੀ ਤੁਹਾਡਾ ਹਮੇਸ਼ਾ ਖਿਆਲ ਰੱਖੇਗੀ। ਮੈਂ ਵੀ ਕਸਮ ਖਾ ਲਈ ਸੀ ਕਿ ਜਿਸ ਔਰਤ ਨੇ ਸਾਡੇ ਘਰ ਦੀ ਇੱਜ਼ਤ ਬਚਾਈ ਹੈ, ਮੈਂ ਹਮੇਸ਼ਾ ਉਹਨਾਂ ਦੇ ਨਾਲ ਚੰਗਾ ਸਲੂਕ ਕਰਾਂਗੀ। ਮੈਂ ਉਸ ਘਰ ਵਿੱਚ ਚਲ ਗਈ ਅਤੇ ਮੈਂ ਆਪਣੀ ਸੱਸ ਦੇ ਛੋਟੇ ਬੇਟੇ ਦੀ ਦੁਲਹਨ ਸੀ। ਉਹਨਾਂ ਨੂੰ ਆਪਣੇ ਛੋਟੇ ਬੇਟੇ ਨਾਲ ਬਹੁਤ ਮੁਹੱਬਤ ਸੀ। ਉਹਨਾਂ ਨੇ ਕਿਹਾ, ਤੈਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਮੇਰੀਆਂ ਦੋਨੋਂ ਵੱਡੀਆਂ ਨੂੰਹਾਂ ਬਹੁਤ ਹੀ ਅਜੀਬ ਹਨ। ਮੈਂ ਉਹਨਾਂ ਨੂੰ ਪਸੰਦ ਕਰਕੇ ਲਿਆਈ ਸੀ, ਪਰ ਉਹਨਾਂ ਨੇ ਆਪਣਾ ਰੰਗ ਦਿਖਾ ਦਿੱਤਾ। ਤੂੰ ਉਹਨਾਂ ਦੀ ਗੱਲ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢ ਦੇਣਾ। ਇਹ ਤੇਰਾ ਆਪਣਾ ਘਰ ਹੈ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਮਾਂ-ਬਾਪ ਦੇ ਲਈ ਵੀ ਅਤੇ ਆਪਣੀ ਭੈਣ ਦੇ ਲਈ ਵੀ। ਪਰ ਹੁਣ ਮੇਰੀ ਜ਼ਿੰਦਗੀ ਸ਼ੁਰੂ ਹੋ ਗਈ ਸੀ। ਮੈਂ ਇਸ ਵਿਆਹ ਦੇ ਲਈ ਤਿਆਰ ਨਹੀਂ ਸੀ। ਮੈਨੂੰ ਕੀ ਪਤਾ ਸੀ ਕਿ ਅੱਜ ਮੇਰੀ ਭੈਣ ਦੀ ਜਗ੍ਹਾ ਮੇਰਾ ਵਿਆਹ ਹੋ ਜਾਵੇਗਾ। ਮੈਨੂੰ ਲੱਗਿਆ ਸੀ ਕਿ ਮੇਰੀ ਭੈਣ ਖੁਦ ਤਾਂ ਭੱਜ ਗਈ ਹੈ ਅਤੇ ਮੈਨੂੰ ਅੱਗ ਵਿੱਚ ਧੱਕਾ ਦੇ ਗਈ ਹੈ, ਪਰ ਇੱਦਾਂ ਨਹੀਂ ਹੋਇਆ। ਉਹ ਤਾਂ ਬਦਕਿਸਮਤ ਸੀ ਜੋ ਇੰਨੇ ਵਧੀਆ ਘਰ ਨੂੰ ਠੋਕਰ ਮਾਰ ਕੇ ਚਲ ਗਈ। ਭਾਵੇਂ ਉਹ ਕਿਸੇ ਮਹਿਲ ਵਿੱਚ ਵੀ ਗਈ ਹੋਵੇ, ਪਰ ਇਹ ਗੱਲ ਉਸਦੇ ਰਿਸ਼ਤੇਦਾਰ ਕਦੀ ਵੀ ਨਹੀਂ ਭੁੱਲਣਗੇ ਕਿ ਉਹ ਭੱਜ ਕੇ ਆਈ ਹੈ। ਕੱਲ੍ਹ ਨੂੰ ਜੇਕਰ ਰੱਬ ਨੇ ਉਸ ਨੂੰ ਬੇਟੀ ਦੇ ਦਿੱਤੀ ਤਾਂ ਉਸ ਨੂੰ ਸਾਰੇ ਇਹੀ ਕਹਿਣਗੇ ਕਿ ਤੇਰੀ ਮਾਂ ਭੱਜ ਕੇ ਆਈ ਹੈ। ਪਰ ਘਰੋਂ ਭੱਜ ਜਾਣ ਵਾਲੀਆਂ ਲੜਕੀਆਂ ਇਸ ਬਾਰੇ ਵਿੱਚ ਸੋਚਦੀਆਂ ਹੀ ਨਹੀਂ। ਇੰਨੀ ਜਿਹੀ ਗੱਲ ਇਨਸਾਨ ਕਿਉਂ ਨਹੀਂ ਸਮਝਦਾ। ਮੇਰੀ ਸੱਸ ਬਹੁਤ ਚੰਗੀ ਸੀ। ਕਹਿੰਦੇ ਹਨ ਕਿ ਜਿਸ ਦੇ ਦਿਲ ਵਿੱਚ ਰੱਬ ਦਾ ਡਰ ਹੁੰਦਾ ਹੈ ਉਹ ਇਨਸਾਨ ਬੁਰਾ ਨਹੀਂ ਹੁੰਦਾ। ਬੁਰਾ ਇਨਸਾਨ ਉਹ ਹੁੰਦਾ ਹੈ ਜੇ ਰੱਬ ਨੂੰ ਭੁੱਲ ਕੇ ਬੈਠਾ ਹੁੰਦਾ ਹੈ। ਮੇਰੀ ਸੱਸ ਸਾਰਾ ਦਿਨ ਹੱਥ 'ਚ ਮਾਲਾ ਫੜ ਕੇ ਬੈਠੀ ਰਹਿੰਦੀ, ਸਵੇਰੇ ਸ਼ਾਮ ਪੂਜਾ ਕਰਦੀ, ਘਰ ਦੇ ਮਾਮਲਿਆਂ ਵਿੱਚ ਵੀ ਨਹੀਂ ਬੋਲਦੀ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਸਕੂਨ ਜਿਹਾ ਆ ਜਾਂਦਾ ਸੀ। ਪਰ ਇਸ ਘਰ ਵਿੱਚ ਰਹਿੰਦੇ ਹੋਏ
ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਉਹਨਾਂ ਦੀ ਇਸ ਘਰ ਵਿੱਚ ਕੋਈ ਵੀ ਇੱਜ਼ਤ ਨਹੀਂ ਹੈ। ਉਹਨਾਂ ਨੂੰ ਪੁੱਛ ਕੇ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ, ਇੱਥੋਂ ਤੱਕ ਕਿ ਉਹਨਾਂ ਦੇ ਬੇਟੇ ਉਹਨਾਂ ਦੇ ਨਾਲ ਬਦਤਮੀਜ਼ੀ ਕਰਦੇ ਰਹਿੰਦੇ। ਉਹਨਾਂ ਨੂੰ ਸ਼ੂਗਰ ਸੀ। ਕੋਈ ਵੀ ਬੇਟਾ ਉਹਨਾਂ ਦੇ ਖਾਣ ਪੀਣ ਦਾ ਧਿਆਨ ਨਹੀਂ ਰੱਖਦਾ ਸੀ। ਅੱਜ ਮੈਂ ਘਰ ਵਿੱਚ ਚੌਲ ਬਣਾਏ ਸੀ ਅਤੇ ਮੈਂ ਆਪਣੀ ਸੱਸ ਨੂੰ ਕਿਹਾ, ਤੁਹਾਡੇ ਲਈ ਚੌਲ ਸਹੀ ਨਹੀਂ ਹਨ, ਤੁਹਾਡੇ ਵਾਸਤੇ ਕੋਈ ਹੋਰ ਚੀਜ਼ ਬਣਾ ਦੇਵਾਂ। ਉਹ ਕਹਿੰਦੇ ਕਿ ਨਹੀਂ, ਮੈਨੂੰ ਆਦਤ ਹੈ, ਜੋ ਕੁਝ ਬਣਿਆ ਹੁੰਦਾ ਉਹ ਮੈਂ ਚੁੱਪਚਾਪ ਖਾ ਲੈਂਦੀ ਹਾਂ। ਮੈਂ ਕਿਸੇ ਦੇ ਉੱਪਰ ਬੋਝ ਨਹੀਂ ਬਣਨਾ ਚਾਹੁੰਦੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਅਲੱਗ ਤੋਂ ਤੁਹਾਡੇ ਲਈ ਸਬਜ਼ੀ ਰੋਟੀ ਬਣਾ ਦਿੰਦੀ ਹਾਂ, ਤੁਸੀਂ ਫਿਕਰ ਨਾ ਕਰੋ। ਸਬਜ਼ੀ ਰੋਟੀ ਬਣਾਉਣ ਵਿੱਚ ਥੋੜ੍ਹੀ ਦੇਰ ਹੋ ਗਈ। ਮੇਰਾ ਪਤੀ ਆ ਚੁੱਕਿਆ ਸੀ। ਉਹ ਕਮਰੇ ਵਿੱਚ ਚਲ ਗਿਆ, ਪਰ ਮੈਂ ਪਿੱਛੇ ਨਹੀਂ ਗਈ ਸੀ। ਪਰ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਜਿੱਦਾਂ ਹੀ ਘਰ ਆਵਾਂ ਤੂੰ ਮੈਨੂੰ ਕਮਰੇ ਵਿੱਚ ਚਾਹੀਦੀ ਆ। ਮੈਂ ਕਿਹਾ, ਮੈਂ ਮੰਮੀ ਜੀ ਲਈ ਖਾਣਾ ਬਣਾ ਰਹੀ ਸੀ, ਇਸ ਕਰਕੇ ਲੇਟ ਹੋ ਗਈ। ਇਹਦੇ ਵਿੱਚ ਬੋਲਣ ਵਾਲੀ ਕਿਹੜੀ ਗੱਲ ਹੈ? ਮੇਰੇ ਪਤੀ ਨੇ ਮੇਰੇ ਉੱਪਰ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਕਿ ਅੱਧੇ ਘੰਟੇ ਤੋਂ ਮੈਂ ਆਇਆ ਹੋਇਆ ਹਾਂ, ਤੂੰ ਮੈਨੂੰ ਇਹ ਨਹੀਂ ਪੁੱਛ ਸਕਦੀ ਕਿ ਮੈਨੂੰ ਪਾਣੀ ਚਾਹੀਦਾ ਹੈ ਜਾਂ ਨਹੀਂ? ਜਾਓ ਪਹਿਲਾਂ ਮੇਰੇ ਲਈ ਖਾਣਾ ਲਿਆਓ। ਮੈਂ ਕਿਹਾ, ਮੈਂ ਤਾਂ ਤੁਹਾਡੀ ਮਾਂ ਦੀ ਖਿਦਮਤ ਕਰ ਰਹੀ ਸੀ, ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ। ਉਹ ਬੋਲੇ, ਤੈਨੂੰ ਕੋਈ ਜ਼ਰੂਰਤ ਨਹੀਂ ਮੇਰੀ ਮਾਂ ਦੀ ਖਿਦਮਤ ਕਰਨ ਦੀ, ਬਾਕੀ ਭਾਬੀਆਂ ਵੀ ਤਾਂ ਨਹੀਂ ਕਰਦੀਆਂ। ਜੇਕਰ ਤੂੰ ਇਹ ਜ਼ਿੰਮੇਵਾਰੀ ਆਪਣੇ ਉੱਪਰ ਲਵੇਂਗੀ ਤਾਂ ਤੈਨੂੰ ਹਮੇਸ਼ਾ ਹੀ ਇਹ ਸਭ ਕੁਝ ਕਰਨਾ ਪਵੇਗਾ। ਤੂੰ ਮੇਰੇ ਹਿੱਸੇ ਦਾ ਟਾਈਮ ਮਾਂ ਨੂੰ ਦੇਵੇਂਗੀ ਤਾਂ ਮੈਂ ਖੁਸ਼ ਨਹੀਂ ਰਹਾਂਗਾ। ਮੈਂ ਹੈਰਾਨ ਸੀ ਕਿ ਉਹਨਾਂ ਦੀ ਖਿਦਮਤ ਵੀ ਤਾਂ ਕਿਸੇ ਨੇ ਕਰਨੀ ਹੈ। ਮੇਰੇ ਪਤੀ ਨੇ ਮੈਨੂੰ ਕਿਹਾ, ਮੇਰੀ ਮਾਂ ਨੂੰ ਛੱਡ ਦੇ, ਉਹ ਖੁਦ ਆਪਣਾ ਖਿਆਲ ਰੱਖ ਲਵੇਗੀ, ਉਹਨਾਂ ਦੇ ਕੋਲ ਬਹੁਤ ਪੈਸਾ ਹੈ। ਮੈਨੂੰ ਇਸ ਗੱਲ ਦੇ ਤੇ ਬਹੁਤ ਅਜੀਬ ਲੱਗਾ, ਪਰ ਫਿਰ ਵੀ ਮੈਂ ਆਪਣੀ ਸੱਸ ਦੀ ਖਿਦਮਤ ਕਰਦੀ ਸੀ, ਕਿਉਂਕਿ ਮੈਂ ਉਹ ਗੱਲ ਨਹੀਂ ਭੁੱਲ ਸਕਦੀ ਸੀ ਕਿ ਉਹਨਾਂ ਨੇ ਸਾਡੇ ਉੱਪਰ ਕਿੰਨਾ ਵੱਡਾ ਅਹਿਸਾਨ ਕੀਤਾ ਹੈ। ਜੇਕਰ ਉਸ ਸਮੇਂ ਉਹ ਇਨਕਾਰ ਕਰ ਦਿੰਦੀ ਤੇ ਰੌਲਾ ਪਾ ਦਿੰਦੀ ਤਾਂ ਇਸ ਸਮੇਂ ਮੁਹੱਲੇ ਵਿੱਚ ਸਾਡੀ ਇੱਜ਼ਤ 2 ਟਕੇ ਦੀ ਨਾ ਰਹਿੰਦੀ। ਇਹ ਲੋਕ ਦੂਸਰੇ ਸ਼ਹਿਰ ਵਿੱਚ ਰਹਿੰਦੇ ਸੀ, ਇਸ ਕਰਕੇ ਮੇਰੇ ਪੂਰੇ ਖਾਨਦਾਨ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਵੱਡੀ ਭੈਣ ਦੀ ਜਗ੍ਹਾ ਮੈਨੂੰ ਬਿਠਾਇਆ ਸੀ ਅਤੇ ਮੇਰੀ ਵਿਦਾਈ ਹੋਈ ਸੀ। ਉਹ ਇਹੀ ਸਮਝ ਰਹੇ ਸੀ ਕਿ ਮੇਰੀ ਵੱਡੀ ਭੈਣ ਆਪਣੇ ਸਹੁਰੇ ਘਰ ਚਲ ਗਈ ਹੈ ਅਤੇ ਛੋਟੀ ਆਪਣੇ ਮਾਮੇ ਦੇ ਘਰ ਚਲ ਗਈ ਹੈ। ਮੇਰੇ ਪਿਤਾ ਜੀ ਨੇ ਸਾਰਿਆਂ ਨੂੰ ਇਹੀ ਕਿਹਾ ਸੀ ਕਿ ਮੇਰੀ ਬੇਟੀ ਅਤੇ ਜਵਾਈ ਬਾਹਰਲੇ ਮੁਲਕ ਚਲ ਗਏ ਹਨ ਅਤੇ ਸਾਡੀ ਛੋਟੀ ਬੇਟੀ ਦਾ ਵਿਆਹ ਉਸਦੇ ਮਾਮੇ ਨੇ ਆਪਣੇ ਦੋਸਤ ਦੇ ਬੇਟੇ ਨਾਲ ਕਰਵਾ ਦਿੱਤਾ ਹੈ। ਇਸ ਤਰ੍ਹਾਂ ਉਹ ਬਹੁਤ ਸਾਰੇ ਝੂਠ ਬੋਲਦੇ ਰਹੇ, ਕਿਉਂਕਿ ਜ਼ਮਾਨਾ ਤਾਂ ਜਵਾਬ ਮੰਗਦਾ ਹੈ। ਜ਼ਮਾਨੇ ਨੂੰ ਤਾਂ ਜਵਾਬ ਦੇਣਾ ਹੀ ਪੈਂਦਾ ਹੈ। ਸਿਆਲ ਦਾ ਮੌਸਮ ਆ ਰਿਹਾ ਸੀ। ਮੇਰੀ ਸੱਸ ਨੇ ਸਾਰਿਆਂ ਨੂੰ ਪੈਸੇ ਦਿੱਤੇ ਅਤੇ ਕਿਹਾ, ਮੋਟੇ ਕੱਪੜੇ ਲੈ ਆਓ। ਜਦੋਂ ਮੈਨੂੰ ਪੈਸੇ ਦੇਣ ਲੱਗੀ ਤਾਂ ਮੈਂ ਕਿਹਾ, ਮੈਨੂੰ ਪੈਸੇ ਨਹੀਂ ਚਾਹੀਦੇ, ਹੁਣ ਇਹਦਾ ਮੇਰਾ ਵਿਆਹ ਹੋਇਆ ਹੈ, ਮੇਰੇ ਕੋਲ ਬਹੁਤ ਸਾਰੇ ਕੱਪੜੇ ਹਨ। ਫਿਰ ਮੇਰੀ ਇੱਕ ਜਠਾਣੀ ਨੇ ਕਿਹਾ, ਇਸ ਦੇ ਹਿੱਸੇ ਦੇ ਪੈਸੇ ਵੀ ਮੈਨੂੰ ਦੇ ਦਿਓ ਅਤੇ ਹੱਸਣ ਲੱਗ ਪਈ। ਮੇਰੀ ਸੱਸ ਨੇ ਕਿਹਾ, ਕੋਈ ਗੱਲ ਨਹੀਂ, ਤੈਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਇਹ ਰੀਨਾ ਦੇ ਪੈਸੇ ਹਨ, ਜਦੋਂ ਇਸ ਨੂੰ ਚਾਹੀਦੇ ਹੋਣਗੇ ਮੇਰੇ ਕੋਲੋਂ ਲੈ ਲਵੇਗੀ, ਮੇਰੇ ਕੋਲ ਮਹਿਫੂਜ਼ ਰਹਿਣਗੇ। ਇਸ 'ਤੇ ਮੇਰੀ ਜਠਾਣੀ ਨੇ ਕਿਹਾ, ਤੁਹਾਡੇ ਕੋਲ ਤਾਂ ਬਹੁਤ ਕੁਝ ਪਿਆ ਹੈ, ਪਰ ਪਤਾ ਨਹੀਂ ਮਹਿਫੂਜ਼ ਹੈ ਜਾਂ ਨਹੀਂ। ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲ ਗਈ। ਮੇਰੀਆਂ ਦੋਨੋਂ ਜਠਾਣੀਆਂ ਮੇਰੀ ਸੱਸ ਨੂੰ ਲੁਕੇ ਹੋਏ ਅੰਦਾਜ਼ ਵਿੱਚ ਤਾਨੇ ਮਾਰਦੀਆਂ ਸੀ। ਮੈਂ ਆਪਣੀ ਸੱਸ ਨੂੰ ਕਹਿੰਦੀ ਕਿ ਤੁਸੀਂ ਇਹਨਾਂ ਦੀਆਂ ਗੱਲਾਂ ਕਿਉਂ ਸੁਣਦੇ ਹੋ, ਇਹਨਾਂ ਨੂੰ ਜਵਾਬ ਕਿਉਂ ਨਹੀਂ ਦਿੰਦੇ? ਉਹਨਾਂ ਨੇ ਕਿਹਾ, ਮੈਨੂੰ ਜਵਾਬ ਦੇਣ ਦੀ ਆਦਤ ਨਹੀਂ ਹੈ। ਇਹਨਾਂ ਸਾਰਿਆਂ ਦੀ ਖੁਸ਼ਕਿਸਮਤੀ ਸਮਝੋ ਜਾਂ ਮੇਰੀ ਬਦਕਿਸਮਤੀ ਕਿ ਮੇਰਾ ਪਤੀ ਇਹਨਾਂ ਦੇ ਵਿਆਹ ਤੋਂ ਪਹਿਲਾਂ ਹੀ ਇਸ ਦੁਨੀਆ ਵਿੱਚੋਂ ਚਲ ਗਿਆ, ਨਹੀਂ ਤਾਂ ਇਹਨਾਂ ਸਾਰਿਆਂ ਨੂੰ ਸਿੱਧੇ ਕਰ ਦਿੰਦੇ। ਉਹ ਬਹੁਤ ਹੀ ਸਖਤ ਇਨਸਾਨ ਸੀ। ਸਾਰੀ ਜ਼ਿੰਦਗੀ ਪੈਸੇ ਕਮਾਉਂਦਾ ਰਿਹਾ। ਜਦੋਂ ਘਰ ਬੈਠਣ ਦਾ ਸਮਾਂ ਆਇਆ ਤਾਂ ਉਹਨਾਂ ਨੂੰ ਮੌਕਾ ਹੀ ਨਾ ਮਿਲਿਆ। ਤਾਂ ਹੀ ਤਾਂ ਇਹ ਬੱਚੇ ਇਸ ਕਦਰ ਵਿਗੜ ਗਏ ਹਨ ਅਤੇ ਮੇਰੀ ਗੱਲ ਵੀ ਨਹੀਂ ਸੁਣਦੇ। ਇਸ ਕਰਕੇ ਮੈਂ ਇਹਨਾਂ ਦੇ ਮਾਮਲਿਆਂ ਵਿੱਚ ਵੀ ਨਹੀਂ ਬੋਲਦੀ। ਪਰ ਇੱਕ ਗੱਲ ਸੀ ਕਿ ਮੇਰੀਆਂ ਦੋਨੋਂ ਜਠਾਣੀਆਂ ਦੇ ਕੋਈ ਔਲਾਦ ਨਹੀਂ ਸੀ। ਉਹਨਾਂ ਦੇ ਵਿਆਹ ਮੇਰੇ ਵਿਆਹ ਤੋਂ 3 ਸਾਲ ਪਹਿਲਾਂ ਹੋਏ ਸੀ। ਮੈਂ ਆਪਣੇ ਪਤੀ ਤੋਂ ਚੋਰੀ ਆਪਣੀ ਸੱਸ ਦੀ ਖਿਦਮਤ ਕਰਦੀ ਹੁੰਦੀ ਸੀ ਕਿ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜਾਵੇ। ਪਰ ਇੱਕ ਦਿਨ ਅਚਾਨਕ ਤੋਂ ਉਹ ਘਰ ਵਿੱਚ ਦਾਖਲ ਹੋਏ। ਉਦੋਂ ਮੈਂ ਆਪਣੀ ਸੱਸ ਦੇ ਪੈਰ ਦਬਾ ਰਹੀ ਸੀ। ਮੇਰੀ ਸੱਸ ਨੇ ਮੈਨੂੰ ਕਿਹਾ, ਤੁਰੰਤ ਆਪਣੇ ਕਮਰੇ ਵਿੱਚ ਚਲ ਜਾ, ਨਹੀਂ ਤਾਂ ਮੇਰਾ ਬੇਟਾ ਤੈਨੂੰ ਝਿੜਕੇਗਾ। ਮੈਂ ਸੋਚ ਰਹੀ ਸੀ ਝਿੜਕਾਂ ਤਾਂ ਮੈਨੂੰ ਪੈਣਗੀਆਂ। ਮੈਂ ਕਮਰੇ ਵਿੱਚ ਗਈ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ, ਤੂੰ ਇੰਨੀ ਚਲਾਕ ਲੱਗਦੀ ਤਾਂ ਨਹੀਂ, ਪਰ ਤੂੰ ਬਹੁਤ ਜ਼ਿਆਦਾ ਚਲਾਕ ਆ। ਮੈਂ ਕਿਹਾ, ਕੀ ਮਤਲਬ? ਤਾਂ ਉਹ ਕਹਿਣ ਲੱਗੇ, ਤੂੰ ਮੇਰੀ ਮਾਂ ਦੀ ਖਿਦਮਤ ਇਸੇ ਕਰਕੇ ਕਰ ਰਹੀ ਆ ਕਿਉਂਕਿ ਤੈਨੂੰ ਵੀ ਪਤਾ ਲੱਗ ਗਿਆ ਕਿ ਸਾਰੀ ਜਾਇਦਾਦ ਦੀ ਮਾਲਕ ਉਹ ਇਕੱਲੀ ਆ ਤੇ ਜਲਦੀ ਹੀ ਆਪਣੀ ਵਸੀਅਤ ਲਿਖਣ ਵਾਲੀ ਆ। ਇਸ ਗੱਲ 'ਤੇ ਮੈਂ ਹੈਰਾਨ ਰਹਿ ਗਈ। ਮੈਂ ਆਪਣੇ ਪਤੀ ਨੂੰ ਕਿਹਾ, ਇੱਦਾਂ ਦੀ ਕੋਈ ਗੱਲ ਨਹੀਂ ਆ, ਤੁਹਾਨੂੰ ਤਾਂ ਪਤਾ ਹੀ ਹੈ ਉਹਨਾਂ ਨੇ ਸਾਡੇ ਉੱਪਰ ਕਿੰਨਾ ਵੱਡਾ ਅਹਿਸਾਨ ਕੀਤਾ ਹੈ। ਮੇਰੇ ਪਤੀ ਨੇ ਕਿਹਾ, ਇਹਦੇ ਵਿੱਚ ਤੇਰਾ ਤਾਂ ਕੋਈ ਕਸੂਰ ਨਹੀਂ ਹੈ,
इस गल ते मैं रब दा शुक्र कीता कि मेरे पति नूं भी यही लगदा है कि इहदे विच मेरा कोई कसूर नहीं है। मैनूं लगदा सी कि हर गल दे लई मैनूं ही कसूरवार मन्निया जावेगा। मेरी भैन दा तां कदी सानूं फोन भी ना आया ਅਤੇ ਨਾ ਹੀ ਸਾਨੂੰ ਪਤਾ ਲੱਗਾ ਕਿ ਉਹ ਕਿੱਥੇ ਹੈ। ਉਹ ਤਾਂ ਇੱਦਾਂ ਮੂੰਹ ਮੋੜ ਗਈ ਕਿ ਦੁਬਾਰਾ ਵਾਪਸ ਨਾ ਆਈ। ਇੱਕ ਦਿਨ ਮੇਰੇ ਵੱਡੇ ਜੇਠ ਦੇ ਕਮਰੇ ਵਿੱਚੋਂ ਲੜਾਈ ਦੀ ਬਹੁਤ ਆਵਾਜ਼ ਆ ਰਹੀ ਸੀ। ਇੱਥੋਂ ਤੱਕ ਕਿ ਮੇਰੇ ਪਤੀ ਦੀ ਵੀ ਅੱਖ ਖੁੱਲ ਗਈ ਸੀ ਤੇ ਕਹਿਣ ਲੱਗੇ ਇਹ ਤਾਂ ਇਹਨਾਂ ਦਾ ਰੋਜ਼ ਦਾ ਕੰਮ ਆ। ਅਗਲੇ ਦਿਨ ਤਿੰਨੇ ਭੈਣ ਭਰਾ ਬਾਹਰ ਬੈਠੇ ਸੀ। ਮੈਨੂੰ ਚਾਹ ਬਣਾਉਣ ਦਾ ਕਿਹਾ। ਮੈਂ ਚਾਹ ਬਣਾ ਕੇ ਲੈ ਗਈ। ਮੈਂ ਸੁਣਿਆ ਉਹ ਸਾਰੇ ਵਸੀਅਤ ਦੇ ਬਾਰੇ ਗੱਲਾਂ ਕਰ ਰਹੇ ਸੀ। ਸ਼ਾਮ ਨੂੰ ਉਹ ਮੇਰੀ ਸੱਸ ਦੇ ਕਮਰੇ ਵਿੱਚ ਚਲ ਗਏ ਅਤੇ ਉਹਨਾਂ ਨਾਲ ਬਹਿਸ ਕਰਨ ਲੱਗ ਪਏ। ਇੱਦਾਂ ਲੱਗਦਾ ਸੀ ਕਿ ਉਹ ਆਪਣੀ ਮਾਂ ਨੂੰ ਮਾਰ ਦੇਣਗੇ। ਮੇਰੀ ਸੱਸ ਕਹਿਣ ਲੱਗੀ ਮੈਂ ਮਰਨ ਤਾਂ ਨਹੀਂ ਲੱਗੀ ਜੋ ਇੰਨੀ ਜਲਦੀ ਵਸੀਅਤ ਲਿਖ ਦੇਵਾਂ। ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਦਾਂ ਦੀਆਂ ਗੱਲਾਂ ਕਰਦਿਆਂ ਨੂੰ? ਸਾਰਾ ਕੁਝ ਤੁਹਾਡਾ ਹੀ ਆ। ਜੇਠ ਜਠਾਣੀਆਂ ਦਾ ਇਹੀ ਕਹਿਣਾ ਸੀ ਕਿ ਤੁਸੀਂ ਆਪਣੇ ਜੀਂਦੇ ਜੀ ਹੀ ਸਾਨੂੰ ਸਾਡਾ ਹਿੱਸਾ ਲਿਖ ਦਿਓ, ਨਹੀਂ ਤਾਂ ਬਾਅਦ ਵਿੱਚ ਬਹੁਤ ਮਸਲੇ ਬਣਨਗੇ। ਫਿਰ ਹੁਣ ਤਾਂ ਸਿਰਫ ਤੁਹਾਡੇ ਦਸਤਕ ਕਰਨ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ, ਬਾਅਦ ਵਿੱਚ ਤਾਂ ਬਹੁਤ ਪੰਗੇ ਪੈਂਦੇ ਨੇ। ਪਿਤਾ ਜੀ ਹੁੰਦੇ ਤਾਂ ਕਦੇ ਦਾ ਇਹ ਸਭ ਕੁਝ ਕਰ ਦਿੱਤਾ ਹੁੰਦਾ। ਮੇਰੀ ਸੱਸ ਨੇ ਕਿਹਾ ਜੇ ਤੁਹਾਡੇ ਪਿਤਾ ਜੀ ਜਿੰਦਾ ਹੁੰਦੇ ਮੂੰਹ 'ਤੇ ਥੱਪੜ ਮਾਰਦੇ ਕਿ ਮਾਂ ਜਿੰਦਾ ਹੈ ਤੇ ਤੁਹਾਨੂੰ ਵਸੀਅਤ ਦੀ ਪਈ ਆ। ਮੈਂ ਘਰ ਚਲਾ ਰਹੀ ਹਾਂ, ਤੁਹਾਡੀਆਂ ਪਤਨੀਆਂ ਦੇ ਗਰਮੀਆਂ ਸਰਦੀਆਂ ਦੇ ਕੱਪੜੇ ਬਣਾਉਂਦੀਆਂ, ਘਰ ਵਿੱਚ ਰਾਸ਼ਨ ਮੇਰੇ ਪੈਸਿਆਂ ਦਾ ਆਉਂਦਾ ਆ। ਤੁਸੀਂ ਤਾਂ ਕਦੀ 1 ਰੁਪਈਆ ਵੀ ਘਰ ਵਿੱਚ ਨਹੀਂ ਖਰਚਿਆ। ਪਹਿਲਾਂ 30,000 ਵਿੱਚ ਇਹ ਘਰ ਚੱਲਦਾ ਸੀ, ਹੁਣ 1.5 ਲੱਖ ਵਿੱਚ ਵੀ ਇਹ ਘਰ ਨਹੀਂ ਚੱਲਦਾ। ਮੇਰੀ ਸੱਸ ਕੋਈ ਅਨਪੜ੍ਹ ਔਰਤ ਨਹੀਂ ਸੀ, ਪੜ੍ਹੀ ਲਿਖੀ ਸੀ। ਉਹਨਾਂ ਨੇ ਇਹ ਗੱਲ ਸਿੱਧੀ ਕਰ ਦਿੱਤੀ। ਮੇਰੇ ਬੇਟੇ ਚੁੱਪ ਹੋ ਗਏ। ਮੈਂ ਇਸ ਮਾਮਲੇ ਵਿੱਚ ਕੁਝ ਬੋਲਣ ਲੱਗੀ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਤੈਨੂੰ ਬੋਲਣ ਦੀ ਜ਼ਿਆਦਾ ਜ਼ਰੂਰਤ ਨਹੀਂ ਆ। ਦੋਨੋਂ ਭਾਬੀਆਂ ਨੂੰ ਵੇਖ ਲੈ, ਉਹ ਹਰ ਗੱਲ 'ਤੇ ਮੇਰੇ ਭਰਾਵਾਂ ਦਾ ਸਾਥ ਦਿੰਦੀਆਂ ਨੇ ਅਤੇ ਤੂੰ ਮੇਰੀ ਮਾਂ ਦੀ ਨੌਕਰਾਣੀ ਬਣ ਕੇ ਬੈਠੀ ਆ। ਇੱਦਾਂ ਲੱਗਦਾ ਹੈ ਕਿ ਤੇਰੀ ਭੈਣ ਤੇਰੇ ਤੋਂ ਜ਼ਿਆਦਾ ਸਮਝਦਾਰ ਸੀ। ਅਸੀਂ ਇਸੇ ਗੱਲ ਨੂੰ ਲੈ ਕੇ ਇੱਕ ਦੂਸਰੇ ਦੇ ਨਾਲ ਬਹਿਸ ਕਰਦੇ ਰਹੇ। ਇਸ ਘਰ ਵਿੱਚ ਹੌਲੀ ਹੌਲੀ ਮਸਲੇ ਬਣਨ ਲੱਗ ਪਏ ਸੀ। ਇਹਨਾਂ ਲੋਕਾਂ ਨੇ ਜਾਣ ਬੁੱਝ ਕੇ ਆਪਣੀ ਮਾਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਤੰਗ ਆ ਕੇ ਖੁਦ ਦੀ ਜਾਇਦਾਦ ਬੇਟਿਆਂ ਦੇ ਨਾਮ ਕਰ ਦੇ। ਘਰ ਵਿੱਚ ਫੇਰ ਤੋਂ ਲੜਾਈ ਹੋਣ ਲੱਗ ਪਈ। ਮੇਰੀ ਸੱਸ ਨੇ ਕਿਹਾ ਜਦੋਂ ਤੱਕ ਮੈਂ ਜਿੰਦਾ ਹਾਂ ਉਦੋਂ ਤੱਕ ਇਹ ਨਹੀਂ ਹੋਵੇਗਾ। ਮੇਰਾ ਦਿਲ ਤਾਂ ਕਰਦਾ ਹੈ ਕਿ ਤੁਹਾਨੂੰ ਕੁਝ ਵੀ ਨਾ ਦੇਵਾਂ, ਤੁਸੀਂ ਇਸ ਕਾਬਿਲ ਹੀ ਨਹੀਂ ਹੋ। ਸਾਰਾ ਕੁਝ ਮੇਰੇ ਪਤੀ ਨੇ ਬਣਾਇਆ ਹੈ, ਤੁਸੀਂ ਤਾਂ ਨਹੀਂ। ਤੁਹਾਨੂੰ ਰਹਿਣ ਦੇ ਲਈ ਛੱਤ ਮਿਲ ਰਹੀ ਹੈ, ਖਾਣਾ ਮਿਲ ਰਿਹਾ ਹੈ, ਇਹ ਤੁਹਾਡੇ ਵਾਸਤੇ ਕਾਫੀ ਆ। ਇਹਦੇ ਵਿੱਚ ਹੀ ਖੁਸ਼ ਹੋ ਜਾਓ। ਮੇਰੀ ਸੱਸ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਦਿਲ ਤਾਂ ਕਰਦਾ ਸਾਰੀ ਜਾਇਦਾਦ ਕਿਸੇ ਯਤੀਮਖਾਨੇ ਦੇ ਨਾਮ ਕਰਕੇ ਚਲ ਜਾਵਾਂ। ਮੇਰੀ ਸੱਸ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਕਿ ਇੱਕ ਔਰਤ ਬੱਚੇ ਨੂੰ ਕਿੰਨੀ ਤਕਲੀਫ ਦੇ ਨਾਲ ਪੈਦਾ ਕਰਦੀ ਹੈ ਤੇ ਉਸ ਤੋਂ ਬਾਅਦ ਵੀ ਤਕਲੀਫ ਹੀ ਸਹਿੰਦੀ ਹੈ। ਜਦੋਂ ਤੱਕ ਜਿੰਦਾ ਰਹਿੰਦੀ ਹੈ ਬੱਚਿਆਂ ਦੇ ਬਾਰੇ ਸੋਚਦੀ ਰਹਿੰਦੀ ਹੈ। ਮੈਂ 3 ਬੇਟਿਆਂ ਦੀ ਮਾਂ ਹਾਂ, ਪਰ ਅੱਜ ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਹੋ ਰਹੀ ਆ। ਉਧਰ ਬੇਟਿਆਂ ਨੇ ਪਲਾਨ ਬਣਾ ਲਿਆ ਸੀ ਕਿ ਕਾਗਜ਼ਾਤ ਬਣਾ ਲੈਂਦੇ ਹਾਂ ਤੇ ਮਾਂ ਦੇ ਦਸਤਕ ਦੀ ਬਜਾਏ ਅੰਗੂਠਾ ਲਗਵਾ ਲਵਾਂਗੇ। ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ, ਜ਼ਬਰਦਸਤੀ ਅੰਗੂਠਾ ਲਗਾ ਲਵਾਂਗੇ। ਪਰ ਇਹ ਗੱਲ ਮੇਰੀ ਸੱਸ ਨੇ ਸੁਣ ਲਈ ਸੀ ਅਤੇ ਆਪਣੇ ਬੇਟਿਆਂ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ। ਇੱਥੋਂ ਤੱਕ ਕਿ ਉਹ ਬੇਹੋਸ਼ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਮੇਰੀ ਔਲਾਦ ਇਸ ਹੱਦ ਤੱਕ ਵੱਧ ਗਈ ਹੈ ਕਿ ਹੁਣ ਹਰ ਹੱਦ ਪਾਰ ਕਰ ਸਕਦੀ ਹੈ। ਉਹਨਾਂ ਦੀਆਂ ਪਤਨੀਆਂ ਦਿਨ ਰਾਤ ਉਹਨਾਂ ਦਾ ਦਿਮਾਗ ਖਰਾਬ ਕਰਦੀਆਂ ਸੀ। ਮੇਰਾ ਪਤੀ ਵੀ ਉਹਨਾਂ ਦੀ ਹੀ ਸੁਣਦਾ ਸੀ। ਮੇਰੀ ਸੱਸ ਨੇ ਕਦੀ ਵੀ ਕਿਸੇ ਨੂੰਹ ਦੇ ਨਾਲ ਬਦਤਮੀਜ਼ੀ ਨਹੀਂ ਕੀਤੀ ਸੀ, ਕਦੀ ਕੋਈ ਮਾੜੀ ਚੰਗੀ ਨਹੀਂ ਕਹੀ ਸੀ, ਪਰ ਉਹ ਫਿਰ ਵੀ ਉਹਨਾਂ ਦੀਆਂ ਦੁਸ਼ਮਣਾਂ ਬਣੀਆਂ ਹੋਈਆਂ ਸੀ। ਇਹ ਸੋਚ ਕੇ ਮੈਨੂੰ ਬਹੁਤ ਬੁਰਾ ਲੱਗਦਾ ਸੀ। ਇੱਕ ਰਾਤ ਘਰ ਵਿੱਚ ਬਹੁਤ ਲੜਾਈ ਹੋਈ। ਸਾਰਿਆਂ ਨੇ ਆਪਣੀਆਂ ਆਪਣੀਆਂ ਹੱਦਾਂ ਪਾਰ ਕਰ ਲਈਆਂ। ਅੱਜ 3 ਬੇਟਿਆਂ ਨੇ ਆਪਣੀ ਮਾਂ ਉਹਦੇ ਉੱਪਰ ਹੱਥ ਚੁੱਕਿਆ ਸੀ। ਮੇਰੀਆਂ ਤਾਂ ਅੱਖਾਂ ਵਿੱਚ ਅੱਥਰੂ ਆ ਗਏ ਸੀ। ਮੇਰੀ ਸੱਸ ਦੀ ਤਬੀਅਤ ਖਰਾਬ ਹੋ ਗਈ ਸੀ। ਮੈਂ ਉਹਨਾਂ ਦਾ ਹਾਲ ਪਤਾ ਕਰਨ ਗਈ ਤਾਂ ਉਹਨਾਂ ਨੇ ਕਮਰੇ ਨੂੰ ਅੰਦਰੋਂ ਲੋਕ ਲਗਾ ਲਿਆ ਸੀ। ਮੈਂ ਸੋਚਿਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਹਨ, ਇਸ ਕਰਕੇ ਉਹਨਾਂ ਨੂੰ ਤੰਗ ਕਰਨਾ ਜ਼ਰੂਰੀ ਨਾ ਸਮਝਿਆ। ਮੈਂ ਵੀ ਸੌਂ ਗਈ। ਜਦੋਂ ਤੋਂ ਮੇਰੀ ਸੱਸ ਨੂੰ ਪਤਾ ਲੱਗਾ ਸੀ ਕਿ ਉਹਨਾਂ ਦੇ ਬੇਟੇ ਇਸ ਹੱਦ ਤੱਕ ਡਿੱਗ ਸਕਦੇ ਹਨ, ਉਹ ਉਦਾਸ ਰਹਿਣ ਲੱਗ ਪਈ ਸੀ। ਹੁਣ ਉਹ ਕਿਸੇ ਵੀ 'ਤੇ ਵੀ ਭਰੋਸਾ ਨਹੀਂ ਕਰਦੀ ਸੀ ਸਿਵਾਏ ਮੇਰੇ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮਾਂ ਤੇਰੇ ਉੱਪਰ ਬਹੁਤ ਭਰੋਸਾ ਕਰਦੀ ਆ। ਸਾਡੇ ਹੱਥੋਂ ਤਾਂ ਪਾਣੀ ਦਾ ਗਲਾਸ ਤੱਕ ਨਹੀਂ ਪੀਂਦੀ। ਤੂੰ ਉਹਨਾਂ ਨੂੰ ਕਿਸੇ ਤਰ੍ਹਾਂ ਬੇਹੋਸ਼ੀ ਦੀ ਦਵਾਈ ਦੇ ਦੇ ਤਾਂ ਕਿ ਅਸੀਂ ਉਹਨਾਂ ਦਾ ਅੰਗੂਠਾ ਲਗਾ ਲਈਏ। ਮੈਂ ਕਿਹਾ ਮੈਂ ਇੱਦਾਂ ਬਿਲਕੁਲ ਵੀ ਨਹੀਂ ਕਰਾਂਗੀ। ਮੇਰੇ ਪਤੀ ਨੇ ਕਿਹਾ ਇਸ ਵਿੱਚ ਤੇਰਾ ਹੀ ਫਾਇਦਾ ਹੋਵੇਗਾ। ਮੇਰੇ ਕੋਲ ਦੌਲਤ ਆਵੇਗੀ ਤਾਂ ਤੈਨੂੰ ਵੀ ਫਾਇਦਾ ਹੋਵੇਗਾ। ਭਾਬੀਆਂ ਨੂੰ ਵੇਖ ਕਿੰਨੀਆਂ ਸਮਝਦਾਰ ਨੇ।
बस मेरी किस्मत फुट गई जो तेरे नाल विआह करवा लिया। बस कर, ये दिखावा करके तैनू कुछ नहीं मिलेगा। वो तेरी सੱਸ है। सੱਸ ते ਨੂੰਹ ਦੇ ਵਿੱਚ कदी भी दोस्ती नहीं हुंदी। मेरे पति ने मैनू पहलां बहुत प्यार नाल समझाया, मैं साफ इनकार कर दिता। फिर उसने मैनू गल्लां सुणाउणियां शुरू कर दित्तियां कि मैं तैनू तलाक दे देवांगा। मैं कहा तुहाडे वर्गे इंसान दे रहण तो चंगा मैनू तलाक ही मिल जावे। जो अपनी माँ दे नाल धोखा करन नूं तैयार है, कल नूं अपनी पत्नी नूं भी वेच देवेगा। इस गल ते मेरे पति ने मेरे मूँह ते थप्पड़ मार दिता। मेरी सੱਸ ने मेरा चेहरा वेख्या ते पुछया, ये तेरे चेहरे ते की होया? मैं कहा मैं डिग गई सी। उन्होंने कहा बेटी मैं 70 साल दी होण वाली हाँ, मैनू पता तू डिग्गी नहीं आ। तेरे पति ने तेरे उपर हथ चुक्या आ, मैनू इसकी वजह दस। मैं कहा कोई वजह नहीं, बस इदां ही लड़ाई हो गई सी। मैं उन्होंने असल गल नहीं दसी। मैं उन्होंने होर परेशान नहीं करना चाहती सी, पर शायद वो सारी गल समझ गए सी। मैनू देखते ही उन्हां दीयां अखां भर आईयां सी। इसे तरह दिन बीतन लग पे। एक दिन ना जाने की होया, मैनू वक्त तो पहला ही नींद आ गई, पर अद्धी रात नूं अपनी सੱਸ दीयां आवाज़ां नाल मेरी अख खुल गई। मैं भज के अपनी सੱਸ दे कमरे विच गई। मैं वेख्या तीनों भरा ते दोनों भाबियां उत्थे ही खड़ियां सी। मैं हैरान हो गई कि हुण की हो रहा है। सामने दा मंजर देखा तो साफ समझ गई। मेरे पैरों हेठों जमीन निकल गई। मैं उच्ची उच्ची रोना शुरू कर दिता। वो अपने मकसद विच कामयाब हो गए सी। उन्होंने जायदाद के पेपरां ते अपनी माँ के दस्तक करवा लए सी ते माँ की लत्त तोड़ के उसनूं घरों कढ़ दिता। दिन चढ़ गया सी, मेरी सੱਸ घर विच नहीं सी। बाहर दा दरवाज़ा खुलिया सी अते विहड़े विच उन्हां नूं घड़ीसन दे निशान साफ दिखाई दे रहे सी। तिन्ने भरा बहुत ज़्यादा खुश सी। उन्हां दे हत्थ पेपर आ गए सी। जदों मैं उन्हां नूं कहा कि तुसीं अपनी माँ दे नाल बहुत बुरा कीता है, रब तुहानूं कदी भी माफ़ नहीं करेगा। ये सुन के मेरे वड्डे जेठ ने मेरे पति नूं कहा, तेरे कोल बहुत दौलत हो गई है, इस वर्गियां 10 मिल जाणगियां। मैं तां कहंदा है कि इसनूं हुणे छड्ड दे, नहीं तो कल नूं ये सारी गल सारिਆਂ ਨੂੰ दस देवेगी। मैं कहना तो बहुत कुछ चाहती सी, पर उस समय मेरे दिमाग विच यही चल रहा सी कि मैं जाके अपनी सੱਸ ਦੀ मदद करा, जिन्हां दे नाल इन्हां ने बहुत बुरा किया सी। सारी जायदाद अपने नाम करवाउण तो बाद उन्हां नूं घरों कढ़ दिता सी। मैं तुरंत घरों जाण लगी। मैं जाण तो पहलां इन्ना जरूर कहा कि तुसीं जो भी किया है उसकी सज़ा तुहानूं जरूर मिलेगी। उन्होंने कहा अपनियां अखां खोल के वेख, साडे हत्थ विच इस समय करोड़ां दी जायदाद दे पेपर ने, सानूं सज़ा नहीं मज़े मिलण वाले ने। मेरे पति ने कहा मैं तैनूं तलाक दे के घरों भेज देवांगा ते तेरे घर वालियां नूं बदनाम कर देवांगा। मेरियां अखां विच अथरू सी। मैं उस घरों बाहर निकल आई अते अपनी सੱਸ दी तलाश करन लग पई, पर मैं जिद्दां ही अपने घरों पैर बाहर रखिया, मैं अपने दोनों कन्नां ते हत्थ रख लै, क्योंकि जमीन बुरी तरह नाल हिलन लग पई। शायद भुचाल आ गया सी। मैं उत्थों भज्जण लग पई। इन्ना ज़्यादा भुचाल मैं पहलां कदी नहीं वेख्या सी। इत्थों तक कि मैं काफ़ी दूर चल गई। थोड़ी देर बाद इन्ना बुरा धमाका होया कि मेरे कन्न बंद हो गए। बहुत सारे घर दीयां दीवारां डिग गईयां सी, पर साडा घर तां पूरी तरह नाल तैश नैश हो गया सी। जदों मैं ये मंजर वेख्या तो मैं हैरान रह गई। उस तो बाद मेरी नज़र आसमान दे वल ही गई कि इन्हां लोकां नूं सज़ा मिली है, क्योंकि घर नूं देख के तो इदां ही लग रहा सी कि कोई भी जिंदा नहीं रहा। शायद मेरी जिंदगी लिखी सी जो मैं इस घर तो बाहर आ गई सी। मैं अपनी सੱਸ नूं तलाश कर लिया सी, उन्हां नूं हॉस्पिटल पहुँचाया, उन्हां दा इलाज करवाया। कुछ दिनों बाद मेरी सੱਸ नूं पता लग गया कि उन्हां दे दोनों वड्डे बेटे इस दुनिया विच नहीं रहे अते छोटे बेटे दीयां दोनों लत्तां टुट गईयां ने। वो जिंदा सी पर कुछ बोल नहीं सी रहा। मेरी सੱਸ नूं जदों ये सब पता लगा तो वह चुप ही हो गई। इदां लगदा सी जां तां ओह सदमे विच हन जां उन्हां नूं कुछ समझ ही नहीं आ रहा कि की करा। 3 महीनों के इलाज के बाद मेरी सੱਸ ठीक हो गई, पर मेरा पति भी इस दुनिया विचों चल गया सी, क्योंकि उसकी हालत बहुत बुरी सी। हुण मैं अपनी सੱਸ दे नाल उन्हां दे दूसरे घर विच रहिंदी हां, जो पहलां उन्हां ने किराए ते दिता होया सी। मैं उन्हां नूं इकल्लियां नहीं छड्ड सकदी। मैं उन्हां नूं कहा कि तुसीं मेरे नाल मेरे घर चलो। मेरे माँ बाप नूं भी इस गल तो कोई मसला नहीं सी, पर मेरी सੱਸ ने कहा कि ਉਹ हुण इत्थे रहणगे। उन्हां दे बेटियां दे ने लालच दी हद पार कर दित्ती सी, पर उन्हां नूं तुरंत ही सज़ा मिल गई। उस परमात्मा ने दिखा दिता कि जदों किसी माँ का दिल दुखाया जाता है तो वह सज़ा देण विच देर नहीं करता।
ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।